ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਭਾਰਤ ਤੋਂ ਫਲਾਈਟਾਂ ਇੱਕ ਹੋਰ ਮਹੀਨੇ ਦੇ ਲਈ ਹੋਣਗੀਆਂ ਬੰਦ। ਕੈਨੇਡਾ ਸਰਕਾਰ ਦੇ ਇਸ ਐਲਾਨ ਦੇ ਨਾਲ ਵੱਡੀ ਗਿਣਤੀ ਲੋਕ ਨਿਰਾਸ਼। ਅਮਰੀਕੀਆਂ ਦੀ ਐਂਟਰੀ ਸ਼ੁਰੂ ਹੋਣ ਦੇ ਉੱਤੇ ਬਾਰਡਰਾਂ ਤੇ ਲੱਗੀਆਂ ਲੰਮੀਆਂ ਕਤਾਰਾਂ ਵਪਾਰੀਆਂ ਦੇ ਲਈ ਚੰਗੀ ਉਮੀਦ ਬੱਝੀ। ਟੋਰਾਂਟੋ 에ਅਰਪੋਰਟ ਦੇ ਉੱਤੇ ਪਹੁੰਚ ਯਾਤਰੀਆਂ ਨੂੰ ਕਰਨੀ ਪੈ ਰਹੀ ਹੈ ਘੰਟਿਆਂ ਬੱਧੀ ਉਡੀਕ। ਕਈ ਵਾਰ ਜਹਾਜ਼ ਦੇ ਵਿੱਚੋਂ ਹੀ ਘੰਟਿਆਂ ਤੱਕ ਉਤਾਰਿਆ ਨਹੀਂ ਜਾ ਰਿਹਾ। ਦੱਸਾਂਗੇ ਕੀ ਹੈ ਕਾਰਨ। ਸਰੀ ਤੇ ਡੈਲਟਾ ਵਿੱਚ ਸ਼ਨੀਵਾਰ ਰਾਤ ਨੂੰ 4 ਥਾਵਾਂ ਤੇ ਚੱਲੀਆਂ ਗੋਲੀਆਂ। ਦੱਸਾਂਗੇ ਕੀ ਹੈ ਪੂਰਾ ਮਾਮਲਾ। ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਪ੍ਰੋਗਰਾਮ ਦਾ ਐਲਾਨ। ਦੱਸਾਂਗੇ ਬੱਚਿਆਂ ਦੇ ਲਈ ਸਤੰਬਰ 1 ਤੋਂ ਕੀ ਨਵੀਂ ਸਹੂਲਤ ਮਿਲੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਨੀਟੋਬਾ ਵਾਸੀਆਂ ਦੇ ਲਈ ਕੀ ਦਿੱਤੀ ਜਾਣਕਾਰੀ, ਇਸ ਦੇ ਬਾਰੇ ਵੀ ਦੱਸਾਂਗੇ। ਇਸ ਤਰ੍ਹਾਂ ਦੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ, ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ 9 ਅਗਸਤ ਨੂੰ ਇਹ ਐਲਾਨ ਕੀਤਾ ਗਿਆ ਕਿ ਭਾਰਤ ਤੋਂ ਸਿੱਧੀਆਂ ਫਲਾਈਟਾਂ ਕੈਨੇਡਾ ਦੇ ਵਾਸਤੇ ਉਹਨਾਂ ਨੂੰ ਹੋਰ ਜ਼ਿਆਦਾ ਅੱਗੇ ਬੈਨ ਕੀਤਾ ਜਾ ਰਿਹਾ ਹੈ। ਇੱਕ ਹੋਰ ਮਹੀਨੇ ਦੇ ਵਾਸਤੇ ਫਲਾਈਟਾਂ ਨੂੰ ਬੈਨ ਕਰ ਦਿੱਤਾ ਗਿਆ ਹੈ, ਜਿਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ। ਕੈਨੇਡਾ ਸਰਕਾਰ ਦੇ ਵੱਲੋਂ ਇਹ ਐਲਾਨ ਇਸ ਆਧਾਰ ਤੇ ਕੀਤਾ ਗਿਆ ਜੋ ਪਬਲਿਕ ਸੇਫਟੀ ਨਾਲ ਸੰਬੰਧਿਤ ਵਿਭਾਗ ਹੈ ਉਹਨਾਂ ਨੇ ਪਹਿਲਾਂ ਅੰਕੜੇ ਇਕੱਠੇ ਕੀਤੇ ਨੇ ਤੇ ਉਸ ਤੋਂ ਬਾਅਦ ਕੋਵਿਡ-19 ਨਾਲ ਸੰਬੰਧਿਤ ਜਿਹੜੇ ਮਾਮਲੇ ਤੇ ਨਾਲ ਹੀ ਤਾਜ਼ਾ ਹਾਲਾਤ ਨੇ ਉਸ ਦੇ ਆਧਾਰ ਤੇ ਇਹ ਫੈਸਲਾ ਲਿਆ ਗਿਆ ਕਿ ਕੈਨੇਡਾ ਤੇ ਭਾਰਤ ਦਰਮਿਆਨ ਜੋ ਸਿੱਧੀਆਂ ਫਲਾਈਟਾਂ ਨੇ ਉਹਨਾਂ ਨੂੰ ਹੁਣ 21 ਸਤੰਬਰ ਤੱਕ ਬੈਨ ਕੀਤਾ ਜਾਵੇਗਾ। ਬਾਰਡਰ ਦੇ ਬਾਰੇ ਕੋਈ ਹੋਰ ਐਲਾਨ ਤਾਂ ਨਹੀਂ ਕੀਤਾ ਗਿਆ, ਸਿਰਫ ਭਾਰਤ ਤੋਂ ਫਲਾਈਟਾਂ ਦੇ ਬਾਰੇ ਫਿਲਹਾਲ ਅੱਜ ਇਹ ਐਲਾਨ ਕੀਤਾ ਗਿਆ ਹੈ, ਜਿਸ ਨੇ ਕਾਫੀ ਜਣਿਆਂ ਨੂੰ ਨਿਰਾਸ਼ ਕੀਤਾ ਹੈ। ਇਸ ਸਮੇਂ ਭਾਰਤ ਵਿੱਚ ਕਾਫੀ ਜ਼ਿਆਦਾ ਕੈਨੇਡਾ ਵਾਸੀ ਵੀ ਮੌਜੂਦ ਨੇ ਤੇ ਉਹ ਵੀ ਮੌਜੂਦ ਨੇ ਜਿਨ੍ਹਾਂ ਨੇ ਹੁਣ ਜਿਵੇਂ ਕੋਈ ਇੰਟਰਨੈਸ਼ਨਲ ਸਟੂਡੈਂਟ ਨੇ, ਉਹਨਾਂ ਨੇ ਪੜ੍ਹਨ ਵਾਸਤੇ ਕੈਨੇਡਾ ਦੇ ਵਿੱਚ ਆਉਣਾ ਹੈ ਤੇ ਸਤੰਬਰ ਤੋਂ ਉਹਨਾਂ ਦੀ ਪੜ੍ਹਾਈ ਵੀ ਸ਼ੁਰੂ ਹੋਣੀ ਹੈ। ਪਰ ਇਸ ਮੌਕੇ ਇੱਕ ਪਾਸੇ ਦੀ ਹੀ ਟਿਕਟ ਹੈ ਜੋ ਕੈਨੇਡਾ ਆਉਣ ਦਾ ਖਰਚਾ ਹੈ, ਜੇਕਰ ਉਹ ਤੀਜੇ ਦੇਸ਼ ਦੇ ਰਾਹੀਂ ਹੋ ਕੇ ਆਉਂਦੇ ਨੇ, ਬਹੁਤ ਜ਼ਿਆਦਾ ਆ ਰਿਹਾ ਹੈ, ਜੋ ਕਿ ਵਿੱਤੀ ਬੋਝ ਹੈ ਕਾਫੀ ਜ਼ਿਆਦਾ ਪਾ ਰਿਹਾ, ਜਿਸ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਉਹ। ਤੇ ਉਹਨਾਂ ਦੇ ਵੱਲੋਂ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਜੋ ਕੈਨੇਡਾ ਸਰਕਾਰ ਨੇ ਇਹ ਨਵਾਂ ਫੈਸਲਾ ਲਿਆ ਉਸ ਦੇ ਉੱਤੇ ਤੇ ਸਵਾਲ ਵੀ ਕੀਤੇ ਜਾ ਰਹੇ ਨੇ ਕਿ ਜਿੱਥੇ ਇੱਕ ਪਾਸੇ ਭਾਰਤ ਤੋਂ ਇਸ ਸਮੇਂ ਕੋਵਿਡ-19 ਦੇ ਮਾਮਲੇ ਲੱਖਾਂ ਦੀ ਗਿਣਤੀ 'ਚ ਨਹੀਂ ਸਗੋਂ ਹਜ਼ਾਰਾਂ ਦੀ ਗਿਣਤੀ 'ਚ ਸਾਹਮਣੇ ਆਉਣ ਲੱਗੇ ਨੇ, ਤਾਂ ਫਿਰ ਜਿਹੜੀਆਂ ਇਹ ਫਲਾਈਟਾਂ ਬੰਦ ਕੀਤੇ ਜਾਣ ਦਾ ਫੈਸਲਾ ਹੈ ਉਸ ਨੂੰ ਵਾਪਸ ਹੁਣ ਕਿਉਂ ਨਹੀਂ ਲਿਆ ਜਾਂਦਾ, ਇਸ ਦੇ ਬਾਰੇ ਸਵਾਲ ਕੀਤੇ ਗਏ ਨੇ। ਕਿਉਂਕਿ ਕਈ ਕੈਨੇਡੀਅਨ ਸਿਟੀਜ਼ਨ ਵੀ ਨੇ ਜਿਹੜੇ ਕਿ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਤੇ ਭਾਰਤ ਵਿੱਚ ਇਸ ਸਮੇਂ ਉਹ ਇਹੋ ਉਡੀਕ ਰਹੇ ਸਨ ਕਿ ਸ਼ਾਇਦ ਅਗਸਤ 21 ਤੋਂ ਇਸ ਹਦਾਇਤ ਨੂੰ ਹਟਾਇਆ ਜਾ ਸਕਦਾ ਹੈ, ਕਿਉਂਕਿ 7 ਸਤੰਬਰ ਤੋਂ ਹੋਰ ਜਿੰਨੇ ਦੁਨੀਆ ਭਰ ਤੋਂ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ ਕਿ ਉਹ ਕੈਨੇਡਾ ਵਿੱਚ ਦਾਖਲ ਹੋ ਸਕਦੇ ਨੇ, ਭਾਰਤ ਤੋਂ ਵੀ ਆ ਸਕਦੇ ਨੇ, ਪਰ ਉਹ ਤੀਜੇ ਦੇਸ਼ ਦੇ ਰਾਹੀਂ ਹੋ ਕੇ ਆ ਸਕਦੇ ਨੇ, ਜਿਸੇ ਕਰਕੇ ਉਮੀਦ ਕੀਤੀ ਜਾ ਰਹੀ ਸੀ ਸਤੰਬਰ ਵਿੱਚ ਤਾਂ ਫਲਾਈਟਾਂ ਖੋਲ੍ਹ ਦਿੱਤੀਆਂ ਜਾਣਗੀਆਂ, ਪਰ ਅਜਿਹਾ ਨਹੀਂ ਹੋਇਆ। ਇਸ ਨਾਲ ਹੀ ਅੱਜ ਅਮਰੀਕਾ ਵਾਸੀ ਸਵੇਰੇ 12:01 ਤੋਂ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਸਨ, ਜਿਸ ਕਰਕੇ ਬਾਰਡਰ ਦੇ ਉੱਤੇ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਅਮਰੀਕਾ ਵਾਸੀ ਜੋ ਕਿ ਫੁੱਲੀ ਵੈਕਸੀਨੇਟਡ ਨੇ ਸੋਮਵਾਰ ਸਵੇਰੇ 12:01 ਤੋਂ ਕੈਨੇਡਾ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ, ਜਿਸ ਦੇ ਵਿੱਚ ਅਮਰੀਕਾ ਦੇ ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਟ ਸ਼ਾਮਲ ਨੇ ਜੋ ਕਿ ਹੁਣ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। ਤਾਂ ਦੂਜੇ ਪਾਸੇ ਅਧਿਕਾਰੀਆਂ ਦੇ ਵੱਲੋਂ ਵਾਈਟ ਹਾਊਸ ਦੇ ਉੱਤੇ ਵੀ ਜ਼ੋਰ ਪਾਇਆ ਜਾ ਰਿਹਾ ਹੈ ਕਿ ਕੈਨੇਡਾ ਦੀ ਤਰ੍ਹਾਂ ਅਮਰੀਕਾ ਨੂੰ ਵੀ ਕੈਨੇਡਾ ਵਾਸੀਆਂ ਦੇ ਵਾਸਤੇ ਕੁਝ ਇਸੇ ਤਰ੍ਹਾਂ ਬਾਰਡਰ ਖੋਲ੍ਹ ਦੇਣੇ ਚਾਹੀਦੇ ਨੇ, ਕਿਉਂਕਿ ਅਮਰੀਕਾ ਨੇ ਫਿਲਹਾਲ 21 ਅਗਸਤ ਤੱਕ ਬੈਨ ਨੂੰ ਜਾਰੀ ਰੱਖਿਆ ਜੋ ਬਾਰਡਰ ਬੰਦ ਕੀਤੇ ਹੋਏ ਨੇ। ਜਿਵੇਂ ਕਿ ਇਸ ਸਮੇਂ ਕੈਨੇਡਾ ਨੇ ਬਾਰਡਰ ਖੋਲ੍ਹ ਦਿੱਤੇ ਨੇ ਤਾਂ ਕਾਫੀ ਗਿਣਤੀ ਵਿੱਚ ਅਮਰੀਕਾ ਤੋਂ ਪਰਿਵਾਰ ਜਿਹੜੇ ਕਿ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਮਿਲੇ ਨਹੀਂ ਸਨ, ਕੈਨੇਡਾ ਵਿੱਚ ਮਿਲਣ ਵਾਸਤੇ ਆਏ ਆਪਣੇ ਪਰਿਵਾਰਾਂ ਨੂੰ, ਜਿਨ੍ਹਾਂ ਦੇ ਵੱਲੋਂ ਆਪਣੇ ਕਈ ਅਨੁਭਵ ਵੀ ਸਾਂਝੇ ਕੀਤੇ ਗਏ, ਜਿਸ ਦੇ ਵਿੱਚ ਕੈਨੇਡਾ ਦੇ ਵੱਖੋ ਵੱਖਰੇ ਬਾਰਡਰਸ ਦੇ ਉੱਤੇ ਲੰਮੀਆਂ ਕਤਾਰਾਂ ਸੋਮਵਾਰ ਨੂੰ ਲੱਗੀਆਂ ਹੋਈਆਂ ਦਿਖਾਈ ਦਿੱਤੀਆਂ, ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਐਂਟਰੀ ਦੇ ਵਾਸਤੇ ਉਡੀਕ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਬਾਰਡਰ ਅਧਿਕਾਰੀਆਂ ਨੇ ਵੀ ਕਿਹਾ ਕਿ ਅਰਾਈਵ ਕੈਨ ਐਪਲੀਕੇਸ਼ਨ ਦੇ ਵਿੱਚ ਜਾਣਕਾਰੀ ਪਹਿਲਾਂ ਤੋਂ ਚੰਗੀ ਤਰ੍ਹਾਂ ਭਰੀ ਜਾਵੇ ਤਾਂ ਕਿ ਤੁਹਾਨੂੰ ਲੰਮੇ ਚਿਰ ਦੇ ਵਾਸਤੇ ਬਾਰਡਰ ਦੇ ਉੱਤੇ ਉਡੀਕ ਨਾ ਕਰਨੀ ਪਵੇ ਤੇ ਇਸ ਦੇ ਨਾਲ ਹੀ ਜਿਹੜੀਆਂ ਪਿੱਛੇ ਗੱਡੀਆਂ ਆਉਂਦੀਆਂ ਨੇ ਫਿਰ ਉਹਨਾਂ ਨੂੰ ਵੀ ਜ਼ਿਆਦਾ ਉਡੀਕ ਕਰਨੀ ਪੈਂਦੀ ਹੈ। ਜੇਕਰ ਜਾਣਕਾਰੀ ਪਹਿਲਾਂ ਤੋਂ ਹੀ ਭਰੀ ਹੋਵੇਗੀ ਤੇ ਸਪਸ਼ਟ ਜਾਣਕਾਰੀ ਹੋਵੇਗੀ ਤਾਂ ਇਸ ਦੇ ਨਾਲ ਉਹਨਾਂ ਨੂੰ ਅੱਗੇ ਕੋਈ ਦਿੱਕਤ ਨਹੀਂ ਆਵੇਗੀ। ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਯਾਤਰੀ ਇਸ ਸਮੇਂ ਆਉਣੇ ਕੈਨੇਡਾ ਵਿੱਚ ਸ਼ੁਰੂ ਹੋ ਗਏ ਨੇ ਤਾਂ ਨਾਲ ਹੀ ਜਿਹੜੀਆਂ ਕੋਵਿਡ-19 ਦੀਆਂ ਹਦਾਇਤਾਂ ਨੇ ਉਹਨਾਂ ਦੇ ਕਰਕੇ
ਕਾਫੀ ਜ਼ਿਆਦਾ ਲੰਮਾ ਚਿਰ ਦੇ ਵਾਸਤੇ ਉਡੀਕ ਵੀ ਕਰਨੀ ਪੈ ਰਹੀ ਹੈ। ਜੇਕਰ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਦੀ ਗੱਲ ਕਰੀਏ ਤਾਂ ਉੱਥੇ ਤੋਂ ਕਈ ਯਾਤਰੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਨੇ, ਜਿਸ ਦੇ ਵਿੱਚ ਜਿਵੇਂ ਕਿ ਹੁਣ 에ਅਰਪੋਰਟ ਦੀ ਵੀ ਸਮਰੱਥਾ ਰੱਖੀ ਗਈ ਹੈ ਕਿ ਕੋਵਿਡ-19 ਦੇ ਦੌਰਾਨ ਕਿੰਨੀ ਕੁ ਗਿਣਤੀ ਦੇ ਵਿੱਚ ਹੀ ਲੋਕ ਨੇ ਜਿਹੜੇ 에ਅਰਪੋਰਟ ਦੇ ਵਿੱਚ ਇੱਕ ਸਮੇਂ ਵਿੱਚ ਮੌਜੂਦ ਰਹਿ ਸਕਦੇ ਨੇ। ਜਿਵੇਂ ਕਿ ਕੈਨੇਡਾ ਵਿੱਚ ਹੋਰ ਥਾਵਾਂ ਦੇ ਵਾਸਤੇ ਸਮਰੱਥਾ ਰੱਖੀ ਗਈ ਹੈ ਤੇ ਦੁਨੀਆ ਭਰ ਦੇ ਵਿੱਚ ਕੁਝ ਅਜਿਹੇ ਫੈਸਲੇ ਲਏ ਗਏ ਕੋਵਿਡ-19 ਦੌਰਾਨ, ਤਾਂ ਕੁਝ ਇਸੇ ਤਰ੍ਹਾਂ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਦੀ ਵੀ ਇੱਕ ਸਮਰੱਥਾ ਹੈ ਕਿ ਇੱਕ ਸੀਮਤ ਗਿਣਤੀ ਰੱਖੀ ਗਈ ਹੈ ਕਿ ਇੰਨੀ ਗਿਣਤੀ ਦੇ ਵਿੱਚ ਹੀ ਇੱਕ ਸਮੇਂ ਵਿੱਚ 에ਅਰਪੋਰਟ ਦੇ ਅੰਦਰ ਲੋਕ ਮੌਜੂਦ ਰਹਿ ਸਕਦੇ ਨੇ, ਜਿਸ ਕਰਕੇ ਜਦੋਂ ਕੋਵਿਡ-19 ਦੇ ਕਰਕੇ ਜਿਹੜੀ ਪ੍ਰਕਿਰਿਆ ਚੱਲਦੀ ਹੈ, ਸਵਾਲ ਪੁੱਛੇ ਜਾਂਦੇ ਨੇ ਤੇ ਇਮੀਗ੍ਰੇਸ਼ਨ ਦੇ ਲਈ ਸਮਾਂ ਲੱਗਦਾ ਹੈ, ਤਾਂ ਕਈ ਵਾਰ ਅਜਿਹਾ ਹੋ ਰਿਹਾ ਹੈ ਕਿ ਜਹਾਜ਼ ਲੈਂਡ ਤਾਂ 에ਅਰਪੋਰਟ ਦੇ ਉੱਤੇ ਕਰ ਜਾਂਦੇ ਨੇ, ਪਰ ਯਾਤਰੀਆਂ ਨੂੰ ਕਈ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ ਕਿ ਉਹਨਾਂ ਨੂੰ ਜਹਾਜ਼ ਤੋਂ ਹੇਠਾਂ ਹੀ ਨਹੀਂ ਉਤਾਰਿਆ ਜਾਂਦਾ। ਉਹ ਉਦੋਂ ਤੱਕ ਉਡੀਕ ਕੀਤੀ ਜਾਂਦੀ ਹੈ ਜਦੋਂ ਤੱਕ ਜਿਹੜੇ 에ਅਰਪੋਰਟ ਦੇ ਵਿੱਚੋਂ ਯਾਤਰੀ ਪਹਿਲਾਂ ਇਮੀਗ੍ਰੇਸ਼ਨ ਕਰਵਾ ਕੇ ਬਾਹਰ ਨਿਕਲ ਨਾ ਜਾਣ ਕਿ ਉਹ ਗਿਣਤੀ ਘੱਟ ਨਾ ਹੋ ਜਾਵੇ। 50 ਦੇ ਗਰੁੱਪ ਬਣਾ ਕੇ ਇਸ ਸਮੇਂ 에ਅਰਪੋਰਟ ਦੇ ਵਿੱਚ ਐਂਟਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਹਾਜ਼ਾਂ ਦੇ ਵਿੱਚੋਂ ਵੀ ਉਤਾਰਿਆ ਜਾ ਰਿਹਾ ਹੈ। ਇਸ ਨਾਲ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਸਰੀ ਤੋਂ ਇੱਕ 28 ਸਾਲਾ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ, ਜਿਸ ਉੱਤੇ ਇਲਜ਼ਾਮ ਨੇ ਕਿ ਉਸਨੇ ਸ਼ਨੀਵਾਰ ਦੀ ਰਾਤ ਨੂੰ ਸਰੀ ਤੇ ਡੈਲਟਾ ਵਿੱਚ 4 ਥਾਵਾਂ ਦੇ ਉੱਤੇ ਗੋਲੀਆਂ ਚਲਾਈਆਂ। ਸਰੀ ਤੇ ਨਾਰਥ ਡੈਲਟਾ ਵਿੱਚ ਸ਼ਨੀਵਾਰ ਦੀ ਰਾਤ ਨੂੰ ਕੁਝ ਹੀ ਘੰਟੇ ਦੇ ਵਿੱਚ 4 ਵਾਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ 28 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸਰੀ RCMP ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਕਿ ਸਰੀ ਦੇ ਵਿੱਚ 3 ਵਾਰ ਗੋਲੀਆਂ ਚੱਲੀਆਂ ਵੱਖੋ ਵੱਖਰੇ ਸਮੇਂ ਦੇ ਉੱਤੇ ਕੁਝ ਹੀ ਘੰਟੇ ਦੇ ਦਰਮਿਆਨ। ਸ਼ਨੀਵਾਰ ਦੀ ਰਾਤ ਨੂੰ 8:19 ਦੇ ਨੇੜੇ 6900 ਬਲਾਕ ਤੇ 127A ਸਟਰੀਟ ਦੇ ਉੱਤੇ ਗੋਲੀਆਂ ਚੱਲੀਆਂ। ਰਾਤ ਨੂੰ 10:27 ਦੇ ਨੇੜੇ 12900 ਬਲਾਕ ਤੇ 73A ਐਵੇਨਿਊ ਤੇ ਗੋਲੀਆਂ ਚੱਲੀਆਂ ਤੇ ਉਸ ਤੋਂ ਬਾਅਦ 10:56 ਦੇ ਉੱਤੇ 6600 ਬਲਾਕ ਤੇ 132 ਸਟਰੀਟ ਤੇ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਡੈਲਟਾ ਦੇ ਵਿੱਚ ਵੀ ਗੋਲੀਆਂ ਚੱਲੀਆਂ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਅੱਧੀ ਰਾਤ ਨੂੰ 11:33 ਦੇ ਕਰੀਬ ਦਾ ਸਮਾਂ ਸੀ ਜਦੋਂ 6900 ਬਲਾਕ ਤੇ 114A ਸਟਰੀਟ ਦੇ ਉੱਤੇ ਡੈਲਟਾ ਵਿੱਚ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਵਿਅਕਤੀ ਨੂੰ, ਜਿਸ ਦੀ ਉਮਰ 28 ਸਾਲ ਹੈ, ਹਿਰਾਸਤ ਦੇ ਵਿੱਚ ਲੈ ਲਿਆ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਦਾ ਸਬੰਧ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਨਾਲ ਨਹੀਂ ਜਾਪਦਾ, ਪਰ ਇਸ ਮੌਕੇ ਗੋਲੀਆਂ ਕਿਉਂ ਚਲਾਈਆਂ ਗਈਆਂ ਇਸ ਦਾ ਕਾਰਨ ਵੀ ਪੁਲਿਸ ਦੇ ਵੱਲੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਮਾਮਲੇ ਉੱਤੇ ਜਾਂਚ ਚੱਲ ਰਹੀ ਹੈ। ਮੌਕੇ ਦੇ ਉੱਤੇ ਜਿਹੜੇ ਚਸ਼ਮਦੀਦ ਮੌਜੂਦ ਸਨ ਉਹਨਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਸਰੀ RCMP ਨਾਲ 604 59 90 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੋਲੀਆਂ ਚੱਲਣ ਦੇ ਇਸ ਮਾਮਲੇ ਦੇ ਵਿੱਚ ਕਿਸੇ ਵੀ ਵਿਅਕਤੀ ਦਾ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਬੱਚਿਆਂ ਦੇ ਵਾਸਤੇ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਤੰਬਰ ਦੀ ਸ਼ੁਰੂਆਤ ਤੋਂ ਬੱਚਿਆਂ ਦੇ ਵਾਸਤੇ ਮੁਫਤ ਇੱਕ ਸਰਵਿਸ ਦਿੱਤੀ ਜਾਵੇਗੀ। ਉਹ ਕੀ ਹੈ ਉਹ ਤੁਹਾਨੂੰ ਦੱਸਦੇ ਹਾਂ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਵਿੱਚ ਬੱਚਿਆਂ ਦੇ ਵਾਸਤੇ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। 12 ਸਾਲ ਜਾਂ ਇਸ ਉਮਰ ਤੋਂ ਘੱਟ ਦੇ ਜੋ ਬੱਚੇ ਨੇ ਉਹਨਾਂ ਦੇ ਵਾਸਤੇ ਸਤੰਬਰ 1 ਤੋਂ BC ਟ੍ਰਾਂਜ਼ਿਟ ਜਾਂ ਫਿਰ ਟ੍ਰਾਂਸਲਿੰਕ ਦੀ ਸਰਵਿਸ ਮੁਫਤ ਵਿੱਚ ਹੋਵੇਗੀ, ਯਾਨੀ ਕਿ ਉਹ ਬੱਸਾਂ, ਸਕਾਈ ਟ੍ਰੇਨ, ਸੀ ਬੱਸ ਇਹਨਾਂ ਦਾ ਮੁਫਤ ਦੇ ਵਿੱਚ ਸਫ਼ਰ ਕਰ ਸਕਣਗੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਪਰਿਵਾਰ $687 ਤੱਕ ਇੱਕ ਸਾਲ ਦਾ ਖਰਚ ਦਿੰਦੇ ਨੇ, ਜਿਨ੍ਹਾਂ ਦੇ ਵੱਲੋਂ ਟ੍ਰਾਂਸਲਿੰਕ ਦਾ ਪਾਸ ਮਹੀਨੇ ਦਾ ਬੱਚਿਆਂ ਦੇ ਵਾਸਤੇ ਲਿਆ ਜਾਂਦਾ $57 ਦਾ, ਜੋ ਕਿ ਹੁਣ ਬਚੇਗਾ, ਜਿਸ ਦੇ ਬਾਰੇ ਐਲਾਨ ਕਰਦੇ ਹੋਏ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਵੱਲੋਂ ਵੀ ਟ੍ਰਾਂਸਲਿੰਕ ਦੀ ਸਰਵਿਸ ਦੀ ਵਰਤੋਂ ਕਰਦੇ ਨੇ ਤਾਂ ਉਸ ਦੇ ਲਈ ਜਿਵੇਂ ਉਹ ਸਕਾਈ ਟ੍ਰੇਨ, ਸੀ ਬੱਸ ਜਾਂ ਫਿਰ ਵੈਸਟ ਕੋਸਟ ਐਕਸਪ੍ਰੈਸ ਦੇ ਲਈ ਟਰੈਵਲ ਕਰ ਰਹੇ ਹੋਣ ਤਾਂ ਉਹਨਾਂ ਦੇ ਨਾਲ ਜਿਸ ਦੇ ਵੱਲੋਂ ਕਿਰਾਇਆ ਦਿੱਤਾ ਜਾ ਰਿਹਾ ਹੈ, ਯਾਨੀ ਕਿ ਇੱਕ ਵੱਡਾ ਵਿਅਕਤੀ ਵੀ ਹੋਣਾ ਜ਼ਰੂਰੀ ਹੈ। ਇੱਕ ਵਿਅਕਤੀ ਉਸ ਦੇ ਨਾਲ 4 ਬੱਚੇ ਆ ਸਕਦੇ ਨੇ, ਜਿਸ ਦੇ ਵਾਸਤੇ ਵੱਖੋ ਵੱਖਰੀਆਂ ਸ਼ਰਤਾਂ ਰੱਖੀਆਂ ਗਈਆਂ ਨੇ, ਜਿਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕਰੀਬ 3,70,000 ਬੱਚਿਆਂ ਦੇ ਵਾਸਤੇ ਇਸ ਸਰਵਿਸ ਦੇ ਨਾਲ ਫਾਇਦਾ ਹੋਵੇਗਾ ਜੋ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਇਹ ਜੋ ਟ੍ਰਾਂਸਲਿੰਕ ਦੀਆਂ ਸਰਵਿਸਿਜ਼ ਨੇ ਤੇ ਜੋ BC ਟ੍ਰਾਂਜ਼ਿਟ ਦੀਆਂ ਸਰਵਿਸਿਜ਼ ਨੇ, ਜਿਸ ਦੇ ਵਿੱਚ ਬੱਸਾਂ ਤੇ ਹੈਂਡੀ ਡਾਰਟ ਆਉਂਦੀਆਂ ਨੇ, ਉਹਨਾਂ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹ 6 ਤੋਂ 12 ਸਾਲ ਦੇ ਨੇ, ਉਹਨਾਂ ਦੇ ਵਾਸਤੇ ਮੁਫਤ ਵਿੱਚ ਹੋਵੇਗਾ ਕਿ ਉਹ ਸਫ਼ਰ ਕਰ ਸਕਣਗੇ। ਤੇ ਉਹਨਾਂ ਦੇ ਵਾਸਤੇ ਹੋਵੇਗਾ ਕਿ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਨਾਲ ਕੋਈ ਵਿਅਕਤੀ ਹੋਣਾ ਵੱਡਾ ਲਾਜ਼ਮੀ ਹੈ, ਉਹ ਇਕੱਲੇ ਵੀ ਸਫ਼ਰ ਕਰ ਸਕਦੇ ਨੇ ਮੁਫਤ ਦੇ ਵਿੱਚ, ਪਰ 5 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਦੇ ਨਾਲ ਕੋਈ ਨਾ ਕੋਈ ਹੋਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਕਿ ਮੈਨੀਟੋਬਾ ਦੇ ਵਾਸਤੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ। ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਮੈਨੀਟੋਬਾ ਦੇ ਨਾਲ ਇੱਕ ਸੰਧੀ ਹੋਈ ਹੈ ਜਿਸ ਤਹਿਤ ਸੂਬੇ ਵਿੱਚ 23,000 ਬੱਚਿਆਂ ਦੀ ਸੰਭਾਲ ਵਾਸਤੇ ਨਵੀਆਂ ਥਾਵਾਂ ਬਣਾਈਆਂ ਜਾਣਗੀਆਂ ਤਾਂ ਕਿ ਜਦੋਂ ਮਾਪੇ ਕੰਮਾਂ ਦੇ ਉੱਤੇ ਗਏ ਹੋਏ ਹੋਣਗੇ ਤਾਂ ਉਹਨਾਂ ਦੇ ਬੱਚੇ ਵਧੀਆ ਥਾਂ ਦੇ ਉੱਤੇ ਹੋਣ ਤੇ ਉਹਨਾਂ ਦੀ ਸੰਭਾਲ ਹੋ ਰਹੀ ਹੋਵੇ। ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਔਸਤਨ $10 ਦੀ ਕੀਮਤ ਤੱਕ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਖਰਚਾ ਪਹੁੰਚ ਜਾਵੇਗਾ। ਸਾਲ 2023 ਤੱਕ ਇਹ ਟੀਚਾ ਰੱਖਿਆ ਗਿਆ ਹੈ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਦੇ ਨਾਲ ਇਹ ਮਦਦ ਹੋਵੇਗੀ ਕਿ ਜੋ ਮਾਪੇ ਹੋਣਗੇ ਉਹਨਾਂ ਨੂੰ ਇਹ ਸੋਚਣ ਦੀ ਲੋੜ ਨਹੀਂ ਪਵੇਗੀ ਕਿ ਜ਼ਿਆਦਾ ਖਰਚਾ ਹੈ ਤਾਂ ਉਹ ਸੰਭਾਲ ਦੇ ਵਾਸਤੇ ਚਾਈਲਡ ਕੇਅਰ ਦੇ ਵਿੱਚ ਬੱਚੇ ਨੂੰ ਛੱਡ ਨਹੀਂ ਸਕਦੇ। ਜਦੋਂ ਸਿਰਫ $10 ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਖਰਚਾ ਹੋਵੇਗਾ ਤਾਂ ਬੱਚਿਆਂ ਨੂੰ ਉੱਥੇ ਉਹ ਛੱਡ ਵੀ ਸਕਣਗੇ ਸੁਖਾਲੇ ਤਰੀਕੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤੋਂ ਪਹਿਲਾਂ ਜਦੋਂ ਜਾਣਕਾਰੀ ਦਿੱਤੀ ਹੈ ਤਾਂ ਵੱਖੋ ਵੱਖਰੇ ਕੈਨੇਡਾ ਦੇ ਸੂਬਿਆਂ ਦੇ ਨਾਲ ਇਸ ਸਮੇਂ ਬੱਚਿਆਂ ਦੀ ਸੰਭਾਲ ਨੂੰ ਲੈ ਕੇ ਇਹ ਐਗਰੀਮੈਂਟ ਕੀਤੇ ਜਾ ਰਹੇ ਨੇ, ਜਿਸ ਤਹਿਤ ਬੱਚਿਆਂ ਦੀ ਸੰਭਾਲ ਦੇ ਲਈ ਵੱਖੋ ਵੱਖਰੀਆਂ ਥਾਵਾਂ ਬਣਾਉਣ ਦੇ ਲਈ ਕੰਮ ਸ਼ੁਰੂ ਕੀਤੇ ਜਾਣ ਦੇ ਬਾਰੇ ਐਲਾਨ ਕੀਤੇ ਗਏ ਨੇ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੋਰ ਸੂਬਿਆਂ ਦੇ ਬਾਰੇ ਜਦੋਂ ਜਾਣਕਾਰੀ ਦਿੱਤੀ ਹੈ ਤੁਹਾਨੂੰ ਦੱਸਿਆ ਸੀ ਬੱਚਿਆਂ ਤੇ ਮਾਪਿਆਂ ਦੇ ਵਾਸਤੇ ਇਸ ਸਮੇਂ ਕੈਨੇਡਾ ਸਰਕਾਰ ਦੇ ਵੱਲੋਂ ਕਾਫੀ ਐਲਾਨ ਕੀਤੇ ਜਾ ਰਹੇ ਨੇ। ਇੱਥੇ ਇਹ ਵੀ ਹੈ ਕਿ ਆਉਂਦੇ ਕੁਝ ਮਹੀਨੇ ਵਿੱਚ ਕੈਨੇਡਾ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਵੀ ਹੋ ਸਕਦਾ ਹੈ। ਅਗਲੀ ਖਬਰ ਹੈ ਟੋਰਾਂਟੋ ਤੋਂ, ਜਿੱਥੋਂ ਇੱਕ ਲੜਕੀ ਲਾਪਤਾ ਹੈ। 17 ਸਾਲ ਦੀ ਉਹ ਲੜਕੀ ਹੈ ਜੋ ਕਿ ਹੁਣ ਨਹੀਂ ਲਾਪਤਾ ਹੋਈ, ਸਗੋਂ ਪਿਛਲੇ ਸਾਲ ਦੀ ਲਾਪਤਾ ਹੈ। ਅਕਤੂਬਰ 2020 ਦੀ ਟੋਰਾਂਟੋ ਪੁਲਿਸ ਨੇ ਕਿਹਾ ਕਿ ਉਸਦੇ ਲਾਪਤਾ ਹੋਣ ਦੇ ਬਾਰੇ ਜਾਣਕਾਰੀ ਉਹਨਾਂ ਨੂੰ 4 ਅਗਸਤ ਨੂੰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਉਸ ਦੇ ਬਾਰੇ ਜਾਣਕਾਰੀ ਜੇਕਰ ਕਿਸੇ ਨੂੰ ਵੀ ਪਤਾ ਹੋਵੇ ਇਸ ਦੇ ਬਾਰੇ ਪੁੱਛਿਆ ਜਾ ਰਿਹਾ ਹੈ। ਉਸ ਲੜਕੀ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ। 17 ਸਾਲ ਉਸ ਦੀ ਉਮਰ ਹੈ। ਅਮੀਨਾ ਬਰਾਕਜ਼ਾਈ ਉਸ ਦਾ ਨਾਮ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਸ ਨੂੰ ਆਖਰੀ ਵਾਰ ਅਕਤੂਬਰ 2020 ਦੇ ਵਿੱਚ ਦੇਖਿਆ ਗਿਆ ਸੀ ਰੈਨੀ ਐਵੇਨਿਊ ਦੇ ਉੱਤੇ ਤੇ ਪੁਲਿਸ ਨੂੰ 4 ਅਗਸਤ ਨੂੰ ਦੱਸਿਆ ਗਿਆ ਉਸ ਦੇ ਲਾਪਤਾ ਹੋਣ ਦੇ ਬਾਰੇ, ਜਿਸ ਦੇ ਬਾਰੇ ਦੱਸਿਆ ਗਿਆ ਕਿ 5 ਫੁੱਟ 3 ਇੰਚ ਉਸ ਦਾ ਕੱਦ ਹੈ, ਜਿਸ ਦੇ ਲੰਮੇ ਕਾਲੇ ਵਾਲ ਨੇ ਤੇ ਭੂਰੀਆਂ ਅੱਖਾਂ ਨੇ। ਪੁਲਿਸ ਨੂੰ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋ ਰਹੀ ਹੈ, ਜਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਟੋਰਾਂਟੋ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਸ ਦੇ ਬਾਰੇ ਜਾਣਕਾਰੀ ਜਦੋਂ ਸਾਂਝੀ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਤੋਂ ਉਸ ਨੂੰ ਕਿਸੇ ਨੇ ਨਹੀਂ ਦੇਖਿਆ ਦੁਬਾਰਾ, ਜਿਸ ਦੇ ਬਾਰੇ ਹੋਰ ਜ਼ਿਆਦਾ ਵਿਸਥਾਰ ਵਿੱਚ ਕੋਈ ਜਾਣਕਾਰੀ ਉਹਨਾਂ ਨੇ ਦਿੱਤੀ ਨਹੀਂ ਹੈ। ਤਸਵੀਰ ਪਰ ਉਸ ਲੜਕੀ ਦੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।